मॉर्निंग स्टूडेंट्स। राजे लैसन चल रहा है कॉन्स्टिट्यूशन ऑफ इंडिया। ਆਪਾਂ ਕੰਸੈਪਟ ਕਰ ਰਹੇ ਸੀ ਫੰਡਾਮੈਂਟਲ ਰਾਈਟਸ। ਉਹਦੇ ਵਿੱਚ ਆਪਾਂ ਲਾਸਟ ਫੰਡਾਮੈਂਟਲ ਰਾਈਟ ਹੈ ਜਿਹੜਾ ਉਹਦੇ ਬਾਰੇ ਡਿਸਕਸ ਕਰਨਾ ਹੈ ਅੱਜ। ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਜਿਹੜਾ ਕਿ ਆਰਟੀਕਲ 32 ਦੇ ਵਿੱਚ ਐਕਸਪਲੇਨ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਇਹਦੀ ਆਪਾਂ ਡੈਫੀਨੇਸ਼ਨ ਪੜਾਂਗੇ ਕਿ ਡੈਫੀਨੇਸ਼ਨ ਕੀ ਹੈ। The maker of constitution has not only registered fundamental rights in our constitution but also made a provision to implement these rights। ਕਹਿੰਦੇ ਕੌਨਸਟੀਟਿਊਸ਼ਨ ਦੇ ਮੇਕਰ ਸੀ ਜਿਹੜੇ ਸੰਵਿਧਾਨ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਸਿਰਫ ਇਹਨੂੰ ਰਜਿਸਟਰਡ ਹੀ ਨਹੀਂ ਕੀਤਾ ਜਾਂ ਇਹਦੇ ਵਿੱਚ ਸਿਰਫ ਫੰਡਾਮੈਂਟਲ ਰਾਈਟਸ ਨੂੰ ਰਜਿਸਟਰ ਨਹੀਂ ਕੀਤਾ, ਸਗੋਂ ਦੀ ਇਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ, ਇਹਨਾਂ ਅਧਿਕਾਰਾਂ ਨੂੰ ਲਾਗੂ ਕਰਨ ਦੇ ਵਾਸਤੇ ਕੁਝ ਪ੍ਰੋਵੀਜ਼ਨ ਵੀ ਬਣਾਈ ਗਈ ਆ। ਠੀਕ ਹੈ, ਅਤੇ ਜੇਕਰ ਇਹਨਾਂ ਅਧਿਕਾਰਾਂ ਦੀ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਆ ਉਹਨਾਂ ਦੀ ਵਾਇਓਲੇਸ਼ਨ ਹੋ ਰਹੀ ਆ, ਉਹਨਾਂ ਨੂੰ ਕੋਈ ਦਬਾ ਰਿਹਾ ਹੈ, ਤਾਂ ਇਸ ਕੇਸ ਦੇ ਵਿੱਚ ਸਿਟੀਜ਼ਨ ਕੈਨ ਅਪਰੋਚ ਟੂ ਹਾਈ ਕੋਰਟ ਐਂਡ ਸੁਪਰੀਮ ਕੋਰਟ। ਸਿਟੀਜ਼ਨ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਮੰਗ ਸਕਦੇ ਆ, ਉੱਥੇ ਆਪਦੀ ਕੇਸ, ਆਪਦੀ ਸ਼ਿਕਾਇਤ ਦਰਜ ਕਰਾ ਸਕਦੇ ਆ। ਜੇਕਰ ਉਹਨਾਂ ਦੇ ਫੰਡਾਮੈਂਟਲ ਰਾਈਟਸ ਨੂੰ ਕੋਈ ਵਾਇਓਲੇਟ ਕਰ ਰਿਹਾ ਹੈ, ਉਹਨਾਂ ਨੂੰ ਕੋਈ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਕੇਸ ਦੇ ਵਿੱਚ ਹਾਈ ਕੋਰਟ, ਸੁਪਰੀਮ ਕੋਰਟ ਕੋਲ ਜਾ ਕੇ ਅਸੀਂ ਹੈਲਪ ਲੈ ਸਕਦੇ ਹਾਂ, ਸਾਨੂੰ ਜਸਟਿਸ ਮਿਲੂਗਾ। ਇਹਨੂੰ ਕਹਿੰਦੇ ਆ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਇਸ ਨੂੰ ਅੱਗੇ ਆਪਾਂ ਹੋਰ ਡਿਟੇਲ ਦੇ ਵਿੱਚ ਸਮਝਦੇ ਹਾਂ। ਦੇਖੋ ਰਾਜੇ ਕਿ ਜੇਕਰ ਆਪਾਂ ਹੁਣ ਤੁਹਾਨੂੰ 5 ਅਧਿਕਾਰ ਮਿਲੇ ਹੋਏ ਆ, ਕਿਹੜੇ ਕਿਹੜੇ ਆ? ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀਡਮ ਆਫ ਰਿਲੀਜਨ, ਰਾਈਟ ਅਗੇਂਸਟ ਐਕਸਪਲਾਈਟੇਸ਼ਨ, ਕਲਚਰ ਐਂਡ ਐਜੂਕੇਸ਼ਨਲ ਰਾਈਟ। ਉਹ 5 ਰਾਈਟ ਤੁਹਾਨੂੰ ਮਿਲ ਗਏ। ਠੀਕ ਹੈ, ਬਟ ਉਹ ਰਾਈਟ ਤੁਸੀਂ ਇੰਜੋਏ ਕਰ ਰਹੇ ਹੋ ਅੱਛੀ ਤਰ੍ਹਾਂ, ਬਟ ਜੇਕਰ ਕੋਈ ਲੋਕ ਤੁਹਾਡੇ ਉਹ ਰਾਈਟਸ ਨੂੰ ਦਬਾਉਣ ਦੀ ਕੋਸ਼ਿਸ਼ ਕਰਨ, ਤੁਹਾਡੇ ਉਸ ਰਾਈਟਸ ਨੂੰ ਵਾਇਓਲੇਟ ਕਰਨ ਦੀ ਕੋਸ਼ਿਸ਼ ਕਰਦੇ ਆ, ਤਾਂ ਫਿਰ ਤੁਸੀਂ ਕੀ ਕਰੋਗੇ? ਤੁਹਾਨੂੰ ਕਿੱਥੋਂ ਸਿਕਿਉਰਿਟੀ ਮਿਲੂਗੀ ਕਿ ਉਹ ਰਾਈਟ ਆ ਜਿਹੜੇ ਤੁਹਾਡੇ, ਉਹ ਸਾਰੇ ਤੁਹਾਨੂੰ ਗਰੰਟੀ ਦਿੱਤੀ ਗਈ ਆ ਵੀ ਉਹ ਸਾਰੇ ਤੁਹਾਡੇ ਕੋਲ ਆ, ਤੁਸੀਂ ਉਹਨਾਂ ਨੂੰ ਬਿਨਾਂ ਕਿਸੇ ਦੀ ਜਿਹੜੀ ਹੈਗੀ ਆ ਡਰ ਦੇ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਆ। ਇਹ ਸਾਰੀ ਗਰੰਟੀ ਤੁਹਾਨੂੰ ਕਿੱਥੋਂ ਮਿਲੂਗੀ? ਇਹ ਸਾਰੀ ਗਰੰਟੀ ਤੁਹਾਨੂੰ ਮਿਲੂਗੀ ਕੌਨਸਟੀਟਿਊਸ਼ਨ ਤੋਂ, ਜਿਹਦੇ ਵਿੱਚ ਕੀ ਦਿੱਤਾ ਹੋਇਆ ਹੈ? ਜਿਹਦੇ ਵਿੱਚ ਦਿੱਤਾ ਹੋਇਆ ਹੈ ਕੌਨਸਟੀਟਿਊਸ਼ਨਲ ਰੈਮਡੀ ਦਾ ਰਾਈਟ। ਕਲੀਅਰ? ਤੁਸੀਂ ਜਿਹੜਾ 6ਵਾਂ ਅਧਿਕਾਰ ਹੈ ਆਪਣਾ ਕੌਨਸਟੀਟਿਊਸ਼ਨਲ ਰੈਮਡੀ, ਉਹਦਾ ਯੂਜ਼ ਕਰਕੇ ਜੇਕਰ ਕੋਈ ਤੁਹਾਡੇ ਅਧਿਕਾਰਾਂ ਨੂੰ ਦਬਾ ਰਿਹਾ ਹੈ, ਤੁਹਾਡੇ ਅਧਿਕਾਰਾਂ ਨੂੰ ਵਾਇਓਲੇਟ ਕਰ ਰਿਹਾ ਹੈ, ਤਾਂ ਤੁਸੀਂ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ ਜਾ ਕੇ ਆਪਦਾ ਮਾਮਲਾ ਦਰਜ ਕਰਾ ਸਕਦੇ ਹਾਂ। ਇਸੇ ਕਰਕੇ ਹੀ ਇੰਨਾ ਜ਼ਿਆਦਾ ਜਿਹੜਾ ਹੈਗਾ ਇਹ ਸਟਰੋਂਗ ਰਾਈਟ ਹੋਣ ਦੇ ਕਰਕੇ ਡਾਕਟਰ BR ਅੰਬੇਦਕਰ ਨੇ, ਜਿਹੜੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਵੀ ਸੀ ਅਤੇ ਇਹਨਾਂ ਨੂੰ ਫਾਦਰ ਆਫ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ, ਡਾਕਟਰ BR ਅੰਬੇਦਕਰ ਨੇ ਇਸ ਰਾਈਟ ਨੂੰ ਕੀ ਕਿਹਾ ਹੈ? ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ, ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਹੈ ਇਸ ਅਧਿਕਾਰ ਨੂੰ ਡਾਕਟਰ BR ਅੰਬੇਦਕਰ ਨੇ। ਇਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਕਲੀਅਰ? ਸੋ ਜੇਕਰ ਕੋਈ ਆਪਣੇ ਅਧਿਕਾਰਾਂ ਨੂੰ ਸਪਰੈਸ ਕਰ ਰਿਹਾ ਹੈ, ਆਪਣੇ ਜੋ ਰਾਈਟਸ ਆ ਉਹਨਾਂ ਨੂੰ ਵਾਇਓਲੇਟ ਕਰ ਰਿਹਾ ਹੈ, ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ? ਫੋਰ ਦਾ ਇਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ ਦਾ ਜੁਡੀਸ਼ਰੀ ਹੈਜ਼ ਬੀਨ ਆਰਮਡ ਵਿਦ ਦਾ ਪਾਵਰ ਟੂ ਇਸ਼ੂ ਦਾ ਰਿਟਸ। ਹੁਣ ਕੀ ਹੈ? ਇਨਫੋਰਸਮੈਂਟ, ਇਹਨਾਂ ਫੰਡਾਮੈਂਟਲ ਰਾਈਟਸ ਨੂੰ ਬਚਾਉਣ ਦੇ ਵਾਸਤੇ, ਪ੍ਰੋਟੈਕਟ ਕਰਨ ਦੇ ਵਾਸਤੇ ਜੁਡੀਸ਼ਰੀ ਕੀ ਕਰਦੀ ਹੈ? ਇਸ਼ੂ ਦਾ ਰਿਟਸ। ਰਿਟ ਕੀ ਹੁੰਦੀ ਹੈ ਰਾਜੇ? ਰਿਟਨ ਕਮਾਂਡ ਹੁੰਦੀ ਹੈ। ਰਿਟਨ ਦੇ ਵਿੱਚ ਕੁਛ ਜਿਹੜਾ ਹੈਗਾ ਇਹ ਪੇਪਰ ਵਰਕ ਕਰਕੇ ਕੋਈ ਰਿਟਨ ਦੇ ਵਿੱਚ ਆਰਡਰ ਦੇਣਾ। ਠੀਕ ਹੈ, ਆਰਡਰ ਦੇਣਾ ਹੈ ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ। ਠੀਕ ਹੈ, ਇਹ ਆਰਡਰ ਹੈ ਜਿਹੜੇ ਇਹ ਰਿਟ ਕਹਾਉਂਦੇ ਆ, ਅਤੇ ਇਹ ਰਿਟ ਹੈ ਜਿਹੜੀ ਉਹ ਜੁਡੀਸ਼ਰੀ, ਸਾਡੀ ਨਿਆਂਪਾਲਿਕਾ ਹੈ ਜਿਹੜੀ ਉਹ ਲਾਗੂ ਕਰਦੀ ਹੈ। ਇਹ ਕਿਹੜੇ ਜਿਹੜੇ ਰਿਟ ਹੈ? ਸਭ ਤੋਂ ਪਹਿਲਾਂ ਹੈ ਹਾਬੀਸ ਕਾਰਪਸ, ਦੂਸਰਾ ਹੈਗਾ ਹੈ ਮੰਡੇਮਸ, ਪ੍ਰੋਹਿਬਿਸ਼ਨ, ਅੱਗੇ ਹੈਗਾ ਹੈ ਕਿਊ ਵਾਰੰਟੋ, ਅਤੇ ਲਾਸਟ ਹੈਗਾ ਹੈ ਸੈਰੀਟਰੀ। ਇਹਨਾਂ 5 ਨੂੰ ਆਪਾਂ ਵਾਰੀ ਡਿਸਕਸ ਕਰਦੇ ਹਾਂ ਵੀ ਇਹਨਾਂ ਵਿੱਚ ਹੈ ਕੀ। ਸਭ ਤੋਂ ਪਹਿਲਾਂ ਆਉਂਦਾ ਹੈ ਹੈਬੀਸ ਕਾਰਪਸ। ਹੈਬੀਸ ਕਾਰਪਸ ਦਾ ਮਤਲਬ ਕੀ ਹੈ ਕਿ ਮੰਨ ਲਓ ਜੇਕਰ A ਪਰਸਨ ਹੈ, ਆ B ਪਰਸਨ ਹੈ, B ਪਰਸਨ ਨੇ
ए ਨੂੰ ਅਰੈਸਟ ਕਰ ਲਿਆ, ਮਤਲਬ ਹੋ ਸਕਦਾ ਹੈ ਕਿ ਬੀ ਪਰਸਨ ਹੋ ਸਕਦਾ ਹੈ ਕਿ ਪੁਲਿਸ ਹੋਵੇ, ਠੀਕ ਹੈ। ਇਸ ਨੇ ਏ ਨੂੰ ਅਰੈਸਟ ਕਰ ਲਿਆ, ਤਾਂ ਏ ਨੂੰ ਅਰੈਸਟ ਕੀਤਾ ਇਸ ਨੇ, ਤਾਂ ਇਹਦੇ ਕੋਲ ਕੋਈ ਰੀਜ਼ਨ ਹੋਣਾ ਚਾਹੀਦਾ ਹੈ ਏ ਨੂੰ ਅਰੈਸਟ ਕਰਨ ਦੇ ਵਾਸਤੇ। ਕਲੀਅਰ? ਕੋਈ ਜਿਹੜੀ ਹੈਗੀ ਆ ਡਿਟੈਂਸ਼ਨ ਹੋਣੀ ਚਾਹੀਦੀ ਆ, ਪ੍ਰੋਪਰ ਜੋ ਸਾਰਾ ਰੀਜ਼ਨ ਵਗੈਰਾ ਕਾਰਨ ਹੋਣਾ ਚਾਹੀਦਾ ਹੈ ਏ ਨੂੰ ਅਰੈਸਟ ਕਰਨ ਵਾਸਤੇ। ਜੇਕਰ ਏ ਨੂੰ ਅਰੈਸਟ ਕੀਤਾ ਹੈ ਤਾਂ ਇਹਨਾਂ ਨੂੰ ਫਿਰ ਕੀ ਕਰਨਾ ਪੈਂਦਾ ਹੈ, ਬੀ ਨੂੰ ਇਹ ਹੈ ਕਿ ਉਹ ਹਾਈ ਕੋਰਟ ਸੁਪਰੀਮ ਕੋਰਟ ਦੇ ਅੱਗੇ ਜਾ ਕੇ ਏ ਨੂੰ ਪੇਸ਼ ਕਰੇ, ਠੀਕ ਹੈ, ਉਹਨੂੰ ਉੱਥੇ ਪ੍ਰੋਡਿਊਸ ਕਰੇ। ਅਤੇ ਜੇਕਰ ਲਾਅ ਦੇ ਵੱਲੋਂ ਉਹ ਲਾਅ ਦੇਖੂਗਾ, ਜੇਕਰ ਉਸ ਨੂੰ ਲੱਗਾ ਕਿ ਬੀ ਨੇ ਇਸ ਨੂੰ ਇਲੀਗਲ ਤਰੀਕੇ ਦੇ ਨਾਲ ਇਲੀਗਲ ਕਾਰਨਾਂ ਕਰਕੇ ਹੀ ਅਰੈਸਟ ਕੀਤਾ ਹੋਇਆ ਹੈ ਤਾਂ ਬੀ ਨੂੰ ਪਨਿਸ਼ਮੈਂਟ ਮਿਲੂਗੀ, ਠੀਕ ਹੈ, ਤਾਂ ਇਹ ਫ੍ਰੀ ਹੋ ਸਕਦਾ ਹੈ। ਜੇਕਰ ਉਸ ਨੂੰ ਲੱਗਾ ਕਿ ਏ ਦਾ ਵਾਕਈ ਕੋਈ ਰੀਜ਼ਨ ਸੀ, ਵੀ ਠੋਸ ਰੀਜ਼ਨ ਸੀ ਜਿਹਦੇ ਕਰਕੇ ਬੀ ਨੂੰ ਉਸ ਨੂੰ ਅਰੈਸਟ ਕਰਨਾ ਪਿਆ ਹੈ, ਤਾਂ ਏ ਦੇ ਵਾਸਤੇ ਜੁਡੀਸ਼ਰੀ ਅੱਗੇ ਕੋਈ ਜੋ ਪ੍ਰੋਸੀਜਰ ਹੈ ਉਹ ਲਾਗੂ ਕਰੂਗੀ। ਇਸ ਨੂੰ ਕਹਿੰਦੇ ਆ ਹਾਬੀਜ਼ ਕਾਰਪਸ। ਵੀ ਇਲੀਗਲ ਤਰੀਕੇ ਦੇ ਨਾਲ ਬਿਨਾਂ ਕਿਸੇ ਠੋਸ ਰੀਜ਼ਨ ਦੇ ਆਪਾਂ ਕਿਸੇ ਨੂੰ ਅਰੈਸਟ ਨਹੀਂ ਕਰ ਸਕਦੇ। ਕਲੀਅਰ? ਨੈਕਸਟ ਆਉਂਦਾ ਏ ਮੈਂਡੇਮਸ। ਮੈਂਡੇਮਸ ਨੂੰ ਵੈਸੇ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਏ ਕਮਾਂਡ। ਕਲੀਅਰ? ਮੈਂਡੇਮਸ ਦੇ ਅਕੋਰਡਿੰਗ ਕੀ ਹੈ ਕਿ ਜੁਡੀਸ਼ਰੀ ਕੋਰਟ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਇਹ ਕੋਈ ਪਰਸਨ ਹੈ ਜਾਂ ਕੋਈ ਪਾਰਟੀ ਹੈ, ਠੀਕ ਹੈ, ਕੋਈ ਕਲੱਬ ਹੈ, ਤਾਂ ਉਸ ਨੂੰ ਕੋਈ ਸਪੈਸ਼ਲ ਟਾਸਕ ਕਰਨ ਵਾਸਤੇ ਕਿਹਾ ਜਾ ਸਕਦਾ ਹੈ, ਪਬਲਿਕ ਡਿਊਟੀ ਉਹਦੀ ਲਗਾਈ ਜਾ ਸਕਦੀ ਹੈ। ਸਪੋਜ਼ ਜਿਸ ਤਰ੍ਹਾਂ ਆਪਣੀ ਮਿਊਨਸੀਪਲ ਪਾਰਟੀਜ਼ ਬਣਦੀਆਂ, ਮਿਊਨਸੀਪਲ ਕਮੇਟੀਆਂ ਬਣਦੀਆਂ, ਤਾਂ ਇਹਨਾਂ ਨੂੰ ਮਿਊਨਸੀਪਲ ਕਮੇਟੀ ਨੂੰ ਆਰਡਰ ਆ ਸਕਦਾ ਹੈ ਕਿ ਸ਼ਹਿਰ ਦੇ ਵਿੱਚ ਸਾਰੀ ਸਾਫ਼ ਸਫਾਈ ਕਰਨੀ ਹੈ, ਠੀਕ ਹੈ, ਤਾਂ ਉਹ ਮਿਊਨਸੀਪਲ ਕਮੇਟੀ ਉਸ ਗਿਵਿੰਗ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਹੈ ਉਹ ਸਾਰਾ ਕਚਰਾ ਸ਼ਹਿਰ ਦਾ ਸਾਫ਼ ਕਰੂਗੀ। ਤਾਂ ਇਹ ਜੋ ਕਮਾਂਡ ਦਿੱਤੀ ਜਾਂਦੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਮੈਂਡੇਮਸ ਬਾਏ ਜੋ ਜੁਡੀਸ਼ਰੀ। ਨੈਕਸਟ ਆਉਂਦਾ ਆਪਣੇ ਕੋਲੇ ਪ੍ਰੋਹਿਬਿਸ਼ਨ। ਪ੍ਰੋਹਿਬਿਸ਼ਨ ਵੈਸੇ ਹੀ ਤੁਹਾਨੂੰ ਪਤਾ ਹੈ ਪ੍ਰੋਹਿਬਿਸ਼ਨ ਦਾ ਮੀਨਿੰਗ ਮਤਲਬ ਕਿ ਮਨਾਹੀ, ਠੀਕ ਹੈ, ਪਰ ਇਹਨੂੰ ਅਸੀਂ ਇੱਥੇ ਕਿਹੜੀ ਸੈਂਸ ਦੇ ਵਿੱਚ ਵਰਤਦੇ ਹਾਂ, ਮਤਲਬ ਵੀ ਹਾਇਰ ਕੋਰਟ ਲੋਅਰ ਕੋਰਟ ਨੂੰ, ਕਿਸੇ ਵੀ ਲੋਅਰ ਕੋਰਟ ਨੂੰ ਕਹਿ ਸਕਦਾ ਹੈ ਜੇਕਰ ਲੋਅਰ ਕੋਰਟ ਕੋਈ ਕੇਸ ਲੜ ਰਿਹਾ ਹੈ, ਕੇਸ ਉਹਦੇ ਤੋਂ ਉਹ ਸੋਲਵ ਨਹੀਂ ਹੋ ਰਿਹਾ, ਲੋਅਰ ਕੋਰਟ ਕੋਲੇ ਉਨੀਆਂ ਜੋ ਪਾਵਰਸ ਆ ਉਹ ਨਹੀਂ ਹੈਗੀਆਂ, ਅਤੇ ਹਾਇਰ ਕੋਰਟ ਨੂੰ ਕਹਿ ਸਕਦਾ ਹੈ ਕਿ ਇਸ ਕੇਸ ਨੂੰ ਸਟੋਪ ਕੀਤਾ ਜਾਵੇ ਅਤੇ ਇਸ ਕੇਸ ਨੂੰ ਹਾਇਰ ਕੋਰਟ ਨੂੰ ਸੌਂਪ ਦਿੱਤਾ ਜਾਵੇ। ਮੰਨ ਲਓ ਵੀ ਸੁਪਰੀਮ ਕੋਰਟ ਹੈ ਨਾ, ਸੁਪਰੀਮ ਕੋਰਟ ਹਾਈ ਕੋਰਟ ਨੂੰ ਕਹਿ ਸਕਦਾ ਹੈ, ਠੀਕ ਹੈ, ਕਿ ਹਾਈ ਕੋਰਟ ਕੋਲੇ ਜੋ ਕੇਸ ਹੈ ਉਹਨੂੰ ਆਪਦੇ ਦਾਇਰੇ ਤੋਂ ਬਾਹਰ ਜਾ ਕੇ, ਸ਼ਕਤੀਆਂ ਤੋਂ ਬਾਹਰ ਜਾ ਕੇ ਉਹਨੂੰ ਜਿਹੜਾ ਹੈਗਾ ਹੈ ਹੱਲ ਕਰਨ ਦੀ, ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਤੋਂ ਨਹੀਂ ਹੋ ਰਿਹਾ, ਤਾਂ ਹਾਈ ਕੋਰਟ ਨੂੰ ਸੁਪਰੀਮ ਕੋਰਟ ਕਹਿ ਸਕਦਾ ਹੈ ਕਿ ਤੁਸੀਂ ਆਪਦੇ ਕੇਸ ਨੂੰ ਸਟੋਪ ਕਰਕੇ ਉਹ ਸੁਪਰੀਮ ਕੋਰਟ ਨੂੰ ਸੌਂਪ ਦਿਓ। ਇਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੋਹਿਬਿਸ਼ਨ। ਕਲੀਅਰ? ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਸਰਟੀਰੇਰੀ। ਸਰਟੀਰੇਰੀ ਦਾ ਮਤਲਬ ਕੀ ਹੁੰਦਾ ਹੈ, ਇਹਨੂੰ ਆਪਾਂ ਪ੍ਰੋਹਿਬਿਸ਼ਨ ਦੇ ਨਾਲ ਹੀ ਜਿਹੜਾ ਹੈਗਾ ਹੈ ਸਮਝਾਂਗੇ, ਇਹਦੇ ਨਾਲ ਦਾ ਮਿਲਦਾ ਜੁਲਦਾ ਹੈ, ਠੀਕ ਹੈ। ਸਰਟੀਰੇਰੀ ਦੇ ਵਿੱਚ ਹੁੰਦਾ ਹੈ ਕਿ ਜੇਕਰ ਕੋਈ ਲੋਅਰ ਕੋਰਟ ਕਿਸੇ ਵੀ ਕੇਸ ਨੂੰ ਲੈ ਰਿਹਾ ਹੈ ਤਾਂ ਉਸ ਨੂੰ ਜਸਟਿਸ ਦੇਣ ਦੇ ਵਿੱਚ ਟਾਈਮ ਲੱਗ ਰਿਹਾ ਹੈ, ਤਾਂ ਉਸ ਕੇਸ ਦੇ ਵਿੱਚ ਸੁਪਰੀਮ ਕੋਰਟ ਕਹਿ ਸਕਦਾ ਹੈ ਕਿ ਤੁਸੀਂ ਇਹ ਕੇਸ ਮੈਨੂੰ ਹੈਂਡ ਓਵਰ ਕਰ ਦਿਓ ਤਾਂ ਜੋ ਸਪੀਡੀ ਜਸਟਿਸ ਦਿੱਤਾ ਜਾ ਸਕੇ, ਠੀਕ ਹੈ। ਤਾਂ ਇਹਦੇ ਵਿੱਚ ਵੀ ਜਿਹੜਾ ਹੈਗਾ ਹੈ ਹਾਇਰ ਕੋਰਟ ਹੈ ਜਿਹੜਾ ਲੋਅਰ ਕੋਰਟ ਤੋਂ ਕੇਸ ਲੈ ਸਕਦਾ ਹੈ ਅਤੇ ਲੋਅਰ ਕੋਰਟ ਨੂੰ ਕੇਸ ਸਟੋਪ ਕਰਨ ਵਾਸਤੇ ਕਹਿ ਸਕਦਾ ਹੈ, ਬਟ ਓਨਲੀ ਸਪੀਡੀ ਜਸਟਿਸ ਵਾਸਤੇ, ਜਲਦੀ ਨਿਆਂ ਦੇਣ ਦੇ ਵਾਸਤੇ। ਇੱਧਰ ਕੀ ਹੁੰਦਾ ਹੈ, ਇੱਧਰ ਜੇ ਸੁਪਰੀਮ ਕੋਰਟ ਹਾਈ ਕੋਰਟ ਤੋਂ ਲੈਂਦਾ ਹੈ ਕੇਸ, ਮਤਲਬ ਕਿ ਵੀ ਕੋਈ ਵੀ ਲੋਅਰ ਕੋਰਟ ਕਹਿ ਲਓ, ਕੋਈ ਵੀ ਲੋਅਰ ਕੋਰਟ ਤੋਂ ਹਾਇਰ ਕੋਰਟ ਲੈਂਦਾ ਹੈ ਕੋਈ ਵੀ ਕੇਸ, ਉਹ ਕਾਹਦੇ ਵਾਸਤੇ, ਕਿਉਂਕਿ ਇਹਦੇ ਕੋਲ ਇੰਨੀਆਂ ਸ਼ਕਤੀਆਂ ਨਹੀਂ ਹੁੰਦੀਆਂ ਉਸ ਨੂੰ ਸੋਲਵ ਕਰਨ ਵਾਸਤੇ ਤਾਂ ਲੈਂਦਾ ਹੈ। ਕਲੀਅਰ? ਤਾਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਵੀ ਡਿਸਟ੍ਰਿਕਟ ਪੱਧਰ 'ਤੇ ਆਪਣੇ ਕੋਲ ਜੋ ਵੀ ਕੋਰਟ ਹੁੰਦੀ ਹੈ, ਠੀਕ ਹੈ, ਲੋਕ ਅਦਾਲਤਾਂ ਹੁੰਦੀਆਂ, ਤਾਂ ਉਹਨਾਂ ਸੀਰੀਅਲ ਆਰਡਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਾਇਰ ਕੋਰਟ ਲੋਅਰ ਕੋਰਟ ਤੋਂ ਮੰਗ ਕਰ ਸਕਦਾ ਹੈ ਇਸ ਕੇਸ ਨੂੰ ਸਟੋਪ ਕਰਨ ਦੀ ਅਤੇ ਹੈਂਡ ਓਵਰ ਕਰਨ ਦੀ। ਨੈਕਸਟ ਆ ਗਿਆ ਲਾਸਟ ਹੈ ਕੋ ਵਾਰੰਟੂ। ਇਹ ਰਿਟ ਦਾ ਮਤਲਬ ਹੁੰਦਾ ਹੈ ਬਾਏ ਵਟ ਅਥੋਰਿਟੀ। ਠੀਕ ਹੈ, ਮਤਲਬ ਕਿ ਕਿਸ ਦੀ ਅਥੋਰਿਟੀ ਦੇ ਨਾਲ।
ਜਿਸ ਤਰ੍ਹਾਂ ਕਿ ਕੋਈ ਵੀ ਸ਼ਕਤੀ ਹੈ, ਕੋਈ ਆਫਿਸ ਚਲਾ ਰਿਹਾ ਜਾ ਰਿਹਾ ਹੈ, ਠੀਕ ਹੈ, ਕੋਈ ਵੀ ਆਦਮੀ ਪੋਜੀਸ਼ਨ 'ਤੇ ਆ, ਉਹ ਪਬਲਿਕਲੀ ਕੋਈ ਆਫਿਸ ਨੂੰ ਚਲਾ ਰਿਹਾ ਹੈ, ਤਾਂ ਉਸ ਨੂੰ ਜੁਡੀਸ਼ਰੀ ਇਹ ਪੁੱਛ ਸਕਦੀ ਹੈ ਕਿ ਬਾਈ ਵਟ ਅਥਾਰਟੀ ਯੂ ਗਵਰਨ ਦਿਸ ਆਫਿਸ, ਵੀ ਤੁਸੀਂ ਕਿਸ ਦੀ ਅਥਾਰਟੀ ਨਾਲ, ਕਿਸ ਸ਼ਕਤੀ ਦੇ ਨਾਲ ਇਸ ਆਫਿਸ ਨੂੰ ਚਲਾ ਰਹੇ ਹੋ, ਠੀਕ ਹੈ। ਜੇ ਤਾਂ ਉਹ ਜਿਹੜਾ ਹੈਗਾ ਵੀ ਕਿਸੇ ਅਥਾਰਟੀ ਦੀ ਹੈਲਪ ਦੇ ਨਾਲ ਚਲਾ ਰਹੇ ਆ ਤਾਂ ਓਕੇ ਆ। ਜੇਕਰ ਉਹ ਆਪਣੇ ਆਪ ਹੀ ਇਸ ਜੋ ਆਫਿਸ ਨੂੰ, ਇਸ ਇੰਸਟੀਟਿਊਸ਼ਨ ਨੂੰ ਚਲਾ ਰਹੇ ਹੋਣਗੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ 'ਤੇ ਕੇਸ ਚੱਲ ਸਕਦਾ ਹੈ, ਠੀਕ ਹੈ। ਅਤੇ ਇਹ ਕਿੱਥੇ ਲਾਗੂ ਹੁੰਦਾ ਹੈ? ਪਬਲਿਕਲੀ, ਮਤਲਬ ਜੋ ਪਬਲਿਕਲੀ ਆ ਕੇ ਪਬਲਿਕਲੀ ਆਫਿਸ ਚਲਾਉਂਦੇ ਆ ਉਹਨਾਂ 'ਤੇ ਇਹ ਲਾਗੂ ਹੁੰਦੀ ਹੈ ਰਿਟ। ਸੋ ਇਹ ਸਾਰੀਆਂ ਰਿਟ ਆਪਾਂ ਨੂੰ ਦਿੱਤੀਆਂ ਹੋਈਆਂ ਇਹ ਹੈਗੀਆਂ ਜਿਹੜੀਆਂ ਆਪਾਂ ਅੱਜ ਪੜ੍ਹਨਾ ਕੌਨਸਟੀਟਿਊਸ਼ਨਲ ਰੈਮਡੀਜ਼ ਦੇ ਅੰਡਰ, ਠੀਕ ਹੈ। ਤਾਂ ਇਹ ਸਾਰੀਆਂ ਰਿਟਸ, ਇਹ ਸਾਰੇ ਰਿਟਨ ਕਮਾਂਡਸ ਆਪਾਂ ਨੂੰ ਦਿੱਤੇ ਹੋਏ ਆ ਆਪਣੀ ਸੇਫਟੀ ਦੇ ਵਾਸਤੇ, ਤਾਂ ਜੋ ਸਿਟੀਜ਼ਨ ਦੇ ਅਧਿਕਾਰਾਂ ਨੂੰ, ਰਾਈਟਸ ਨੂੰ ਕੋਈ ਵਾਇਓਲੇਟ ਨਾ ਕਰ ਸਕੇ। ਸੋ ਰਾਜੇ ਆਪਾਂ ਕੌਨਸਟੀਟਿਊਸ਼ਨਲ ਰੈਮਡੀਜ਼ ਦੇ ਨਾਲ ਆਪਣਾ ਫੰਡਾਮੈਂਟਲ ਰਾਈਟਸ ਵਾਲਾ ਕੰਸੈਪਟ ਕਲੀਅਰ ਕਰ ਲਿਆ ਹੈ। ਤਾਂ ਆਪਾਂ ਸਾਰੇ ਜੋ ਫੰਡਾਮੈਂਟਲ ਰਾਈਟਸ ਆਪਾਂ ਨੂੰ ਕੌਨਸਟੀਟਿਊਸ਼ਨ ਵੱਲੋਂ ਮਿਲੇ ਆ ਉਹਨਾਂ ਨੂੰ ਕਲੀਅਰ ਕਰ ਚੁੱਕੇ ਹਾਂ। ਆਈ ਹੋਪ ਯੂ ਵਿਲ ਬੈਟਰ ਅੰਡਰਸਟੈਂਡ ਦਿਸ ਟੋਪਿਕ ਐਂਡ ਆਲਸੋ ਫੰਡਾਮੈਂਟਲ ਰਾਈਟਸ। ਥੈਂਕਸ।